ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਸੌਂਕੇ ਤੇ ਜ਼ਿਲ੍ਹਾ ਮੁਕਤਸਰ ਦੇ ਸ਼ਖਸ ਦੇ ਕੋਲ ਪਹੁੰਚੇ ਹਾਂ ਜਿਸ ਦਾ ਨਾਮ ਹੈਗਾ ਗਗਨ ਭੁੱਲਰ ਤੇ ਸੰਗੀਤਿਕ ਜਗਤ ਦੇ ਨਾਲ ਇਹ ਜਿਹੜੀ ਸ਼ਖਸੀਅਤ ਤਾਲਮੇਲ ਖਾਂਦੀ ਹੈ। ਇਹਨਾਂ ਦੀ ਜਿਹੜੀ ਲਿਖਤ ਵੀ ਬਹੁਤ ਸੋਹਣੀ ਆ ਤੇ ਜਿਹੜੀ ਗਾਇਕੀ ਵੀ ਖੂਬਸੂਰਤ ਆ। ਆਓ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗਗਨ ਵੀਰੇ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। MG ਟੈਲੀਕਾਸਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਸਾਨੂੰ ਮੌਕਾ ਦਿੱਤਾ ਰੂਬਰੂ ਹੋਣ ਵਾਸਤੇ ਜੀ। ਸਤਿ ਸ਼੍ਰੀ ਅਕਾਲ ਜੀ। ਭੁੱਲਰ ਸਾਹਿਬ, ਮੈਂ ਚਾਹੂੰਗਾ ਕਿ ਆਪਾਂ ਕੋਈ ਵੀ ਜਿਹੜੀ ਲਿਖਤ ਦੀ ਗੱਲ ਕਰੀਏ ਜਾਂ ਤੁਹਾਡੀ ਗਾਇਕੀ ਦੀ ਗੱਲ ਕਰੀਏ ਤਾਂ ਮੈਂ ਚਾਹੁੰਦਾ ਕਿ ਆਪਾਂ ਜਿਹੜੀ ਗਾਇਕੀ ਦੀ ਸ਼ੁਰੂਆਤ ਆ ਉਹ ਕਿਸੇ ਗੀਤ ਦੇ ਰਾਹੀਂ ਕਰੀਏ, ਹੈ ਨਾ? ਹਾਂਜੀ ਜੀ। ਮੇਰਾ ਆਪਣਾ ਇੱਕ ਗੀਤ ਲਿਖਿਆ ਹੋਇਆ ਜੀ, ਉਹ ਤੁਹਾਡੇ ਸਾਹਮਣੇ ਉਹਦੇ ਬੋਲ ਸੁਣਾਉਣਾ। ਬਿਲਕੁਲ। ਉਹ ਸਿਰ ਸਾਡੇ ਤੋਂ ਲੱਥਣ ਪੱਗਾਂ ਜਦ ਹੱਕਾਂ ਲਈ ਲੜਦੇ, ਭਿੜੀ ਜਾਂਦੇ ਨਾਲ ਗਰੀਬੀ ਕਈ ਖੁਦਕੁਸ਼ੀਆਂ ਨੇ ਕਰ ਗਏ। ਉਹ ਸਿਰ ਸਾਡੇ ਤੋਂ ਲੱਥਣ ਪੱਗਾਂ ਜਦ ਹੱਕਾਂ ਲਈ ਲੜਦੇ, ਭਿੜੀ ਜਾਂਦੇ ਨਾਲ ਗਰੀਬੀ ਕਈ ਖੁਦਕੁਸ਼ੀਆਂ ਨੇ ਕਰ ਗਏ। ਉਹ ਘਰੇ ਬੈਠੀ ਉਮਰੋਂ ਟੱਪ ਗਈ, ਘਰੇ ਬੈਠੀ ਉਮਰੋਂ ਟੱਪ ਗਈ, ਗਈ ਨਾ ਧੀ ਵਿਆਹੀ। ਓ ਜੱਟ ਦੇ ਸਿਰ ਤੋਂ ਚੱਲਣ ਸਰਕਾਰਾਂ ਪਰ ਕਦਰ ਕਿਸੇ ਨਾ ਪਾਈ। ਓ ਜੱਟ ਦੇ ਸਿਰ ਤੋਂ ਚੱਲਣ ਸਰਕਾਰਾਂ ਪਰ ਕਦਰ ਕਿਸੇ ਨਾ ਪਾਈ। ਹੋ ਦੁੱਧ ਸਾਡਾ ਪਾਣੀ ਤੋਂ ਸਸਤਾ, ਉਹ ਵੀ ਬੋਤਲ 25 ਦੀ। ਹਰ ਥਾਂ ਤੇ ਵੇਖਿਓ ਚੁਗਲੀ ਹੋਣੀ, ਕੀਤੀ ਜੋ ਗੱਲ ਸੱਚੀ ਬਈ। ਆਪੇ ਲਾਉਂਦੇ ਨਾਰੇ ਕਿਸਾਨ, ਹੋ ਜਿੰਦਾਬਾਦ ਆਪੇ ਕਰਨ ਤਬਾਹੀ। ਓ ਜੱਟ ਦੇ ਸਿਰ ਤੋਂ ਚੱਲਣ ਸਰਕਾਰਾਂ ਪਰ ਕਦਰ ਕਿਸੇ ਨਾ ਪਾਈ। ਓ ਜੱਟ ਦੇ ਸਿਰ ਤੋਂ ਚੱਲਣ ਸਰਕਾਰਾਂ ਪਰ ਕਦਰ ਕਿਸੇ ਨਾ ਪਾਈ। ਭੁੱਲਰ ਸਾਹਿਬ, ਤੁਹਾਡੇ ਜਿਹੜੇ ਗੀਤਾਂ ਦੇ ਬੋਲ ਨੇ ਬੜੇ ਖੂਬਸੂਰਤ ਬੋਲ ਨੇ ਤੇ ਅੱਜ ਦੇ ਸਮੇਂ ਦਾ ਜਿਹੜਾ ਕੌੜਾ ਸੱਚ ਵੀ ਕਿਹਾ ਜਾ ਸਕਦਾ ਹੈ ਵਾਕਈ ਕਿ ਜਿਹੜਾ ਅੰਨਦਾਤਾ ਉਹ ਬਹੁਤ ਜਿਹੜਾ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਾਰਜਕਾਲ ਆ ਜਿਹੜਾ ਸਰਕਾਰ ਦਾ ਉਹ ਇਹਦੇ ਥਰੂ ਚੱਲਦਾ। ਲਿਖਣ ਦੇ ਵਿੱਚ ਕਿਵੇਂ ਤੁਸੀਂ ਸੋਚਦੇ ਹੋ ਕਿ ਕਿਹੜੇ ਕਿਹੜੇ ਟੌਪਿਕਸ ਨੂੰ ਚੁਣਿਆ ਜਾਵੇ? ਜ਼ਿਆਦਾਤਰ ਮੈਂ ਕਿਸਾਨੀ ਜਿਹੜੇ ਟੌਪਿਕ ਨੇ ਜੀ, ਇਹ ਲਿਖਣਾ ਪਸੰਦ ਕਰਦਾ ਜੀ। ਔਰ ਬਾਕੀ ਦਿਮਾਗ ਦੇ ਉੱਤੇ ਹੁੰਦੇ ਕਈ ਵਾਰ ਕੋਈ ਚੀਜ਼ ਆ ਜਾਂਦੀ ਆ ਜੀ, ਆਪਾਂ ਐਟ ਟਾਈਮ ਲਿਖ ਦਿੰਦੇ ਆ, ਪਰ ਜ਼ਿਆਦਾ ਇਹ ਕੋਸ਼ਿਸ਼ ਕਰੀ ਜਾਈਦੀ ਆ। ਬਾਕੀ ਵੱਧ ਤੋਂ ਵੱਧ YouTube 'ਤੇ ਵੀ ਮੈਂ ਪਾਏ ਹੋਏ ਆ ਗੀਤ ਵੀ ਕਿਸਾਨਾਂ ਤੇ ਕੁਛ ਆਪਣੇ ਸਿੰਘਾਂ ਸੂਰਮਿਆਂ ਤੇ, ਚਾਹੇ ਉਹ ਦਿੱਲੀ ਦੇ ਸੀਗੇ ਟੌਪਿਕ ਦੇ ਉੱਤੇ ਤੇ ਚਾਹੇ ਆਪਣੇ ਅਣਖੀ ਜਿਹੜੇ ਯੋਧੇ ਹੋਏ ਸ਼ਹੀਦ, ਕਾਫੀ ਗਾਣੇ ਮੈਂ ਵੈਸੇ ਵੀ ਚੈਨਲ ਤੇ ਪਾਏ ਹੋਏ YouTube 'ਤੇ। ਬਾਕੀ ਇਹੀ ਕੋਸ਼ਿਸ਼ ਰਹਿੰਦੀ ਹੈ ਜੋ ਵੀ ਲਾਈਵ ਹੋਵੇ, ਚਾਹੇ ਉਹ ਸਟੇਜ 'ਤੇ ਹੋਵੇ ਤੇ ਚਾਹੇ ਆਮ ਘਰ ਦੇ ਵਿੱਚ ਆਪਾਂ ਗਾਉਣੇ ਆ ਤੇ ਕੁਛ ਚੰਗਾ ਹੀ ਹੋਵੇ, ਚੰਗਾ ਗਾਉਣਾ ਔਰ ਸੁਣਨ ਵਾਲੇ ਵੀ ਆਖੇ ਵੀ ਹਾਂ ਵੀ ਚੰਗਾ ਲੱਗਦਾ ਹੈ ਸੁਣਨ ਵਾਲੇ। ਭੁੱਲਰ ਸਾਹਿਬ, ਗਾਉਣ ਦੀ ਸ਼ੁਰੂਆਤ ਕਦੋਂ ਹੋਈ? ਕਦੋਂ ਪਤਾ ਚੱਲਿਆ ਕਿ ਹਾਂ ਵੀ ਗਗਨ ਦੇ ਅੰਦਰ ਵੀ ਇੱਕ ਲਿਖਾਰੀ ਬੈਠਾ ਤੇ ਗਾਉਣ ਵਾਲਾ ਬੈਠਾ? ਬਸ ਇੱਦਾਂ ਹੀ ਹੌਲੀ ਹੌਲੀ, ਜਿਵੇਂ ਮਤਲਬ ਵੀ ਸਟੇਜਾਂ ਤੋਂ ਸ਼ੁਰੂ ਹੋਇਆ ਜੀ। ਜਿਵੇਂ ਆਪਣੇ ਇੱਥੇ ਪਿੰਡ ਵਾਲਾ ਗੀਨਾ ਖੇੜਾ ਹੋ ਗਿਆ ਜੀ, ਮੋਲਾ ਜਾਂ ਸਰਾਵਾਂ। ਸੋ ਜਿਵੇਂ ਆਪਾਂ ਆਮ ਗਾਉਂਦੇ ਸੀਗੇ ਤੇ ਜੋ ਨਾਲ ਦੇ ਹੋਰ ਕੋਈ ਦੋਸਤ ਹੁੰਦੇ ਆ ਜਾਂ ਕੋਈ ਰਿਸ਼ਤੇਦਾਰ ਹੁੰਦੇ ਵੀ ਤੈਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਔਰ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਵੀ ਆਪਣੀ ਰੂਹ ਵਾਸਤੇ ਵੀ ਹੁੰਦਾ, ਇੱਕ ਸ਼ੌਂਕ ਹੁੰਦਾ ਜਿਹੜਾ ਇੱਕ ਮਨ ਦੇ ਵਿੱਚ, ਜਿਵੇਂ ਕਹਿ ਲਓ ਵੀ ਕਿਸੇ ਨੂੰ ਗਾਉਣ ਦਾ ਸ਼ੌਂਕ ਆ, ਕਿਸੇ ਨੂੰ ਲਿਖਣ ਦਾ ਸ਼ੌਂਕ ਹੁੰਦਾ, ਔਰ ਕਿਸੇ ਨੂੰ ਮਤਲਬ ਵੀ ਨੱਚਣ ਦਾ ਹੁੰਦਾ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਾਂਦਾ। ਸੋ ਜਿਹੜਾ ਸ਼ੌਂਕ ਹੁੰਦਾ ਉਹ ਬੰਦੇ ਦੇ ਅੰਦਰੋਂ ਨਹੀਂ ਜਾ ਸਕਦਾ, ਉਹ ਆਪਣੀ ਰੂਹ ਵਾਸਤੇ ਗਾਉਂਦਾ ਹੈ। ਔਰ ਜਦੋਂ ਵੀ ਕਿਤੇ ਵਿਹਲਾ ਟਾਈਮ ਹੁੰਦਾ ਤਾਂ ਮੈਂ ਇਹੀ ਕੋਸ਼ਿਸ਼ ਕਰਦਾ ਵੀ ਮਤਲਬ ਵੀ ਗਾਉਣਾ ਹੀ ਪਸੰਦ ਕਰਦਾ ਜੀ ਵੱਧ ਤੋਂ ਵੱਧ। ਹਾਂਜੀ, ਕੋਈ ਹੋਰ ਕਿਸੇ ਗੀਤ ਦਾ ਜ਼ਾਇਕਾ ਮਾਣ ਸਕਦੇ ਹਾਂ ਭੁੱਲਰ ਸਾਹਿਬ? ਹਾਂਜੀ, ਇੱਕ ਗੀਤ ਸੀ ਬਹੁਤ ਮੈਨੂੰ ਵਧੀਆ ਲੱਗਦਾ ਉਹ ਜੀ। ਇੱਕ ਫਿਲਮ ਦਾ ਸੌਂਗ ਆ, ਪੰਜਾਬੀ ਫਿਲਮ ਦਾ, ਪੱਗ ਦੀ ਪੂਣੀ। ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ, ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ। ਵੇਖ ਲਈ ਟੈਸਟ ਕਰਾ ਕੇ ਗੈਰਤ ਨੀ ਹੋਈ ਊਣੀ, ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ। ਖੂਨ ਦਾ ਛੱਟਾ ਦੇ ਕੇ ਕਰਦੇ ਹਾਂ ਪੱਗ ਦੀ ਪੂਣੀ ਹੋ। ਦਹਿਸ਼ਤ ਦੇ ਹੱਕ ਵਿੱਚ ਹੈ ਨੀ ਅਸਲੀ ਹੱਕ ਨਹੀਂਓ ਛੱਡਦੇ। ਥੋੜਾ ਚਿਰ ਠਹਿਰ ਦਿਖਾ ਦੂੰ ਉੱਚੀ ਥਾਂ ਝੰਡਾ ਗੱਡ ਕੇ। ਅੱਖਾਂ ਵਿੱਚ ਪਾਣੀ ਆਉਂਦਾ ਜਦ ਵੀ ਕੋਈ ਯਾਦ ਕਰਾਉਂਦਾ। ਜਾਤਾਂ ਦੇ ਰੌਲੇ ਨੇ ਸੀ ਜੜ ਤੋਂ ਸਾਡੀ ਕੌਮ ਹਲੂਣੀ।
ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛੱਟਾ ਦੇ ਕੇ ਕਰਦੇ ਹਾਂ ਪੱਗ ਦੀ ਪੂਣੀ ਹੋ। ਭੁੱਲਰ ਸਾਹਿਬ, ਜਿਵੇਂ ਤੁਹਾਡੇ ਗੀਤਾਂ ਦੀ ਚੋਣ ਆ ਤਾਂ ਜਾਂ ਤੁਹਾਡੀ ਲਿਖਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਮੈਂ ਕਿਸਾਨੀ ਦੇ ਉੱਪਰ ਜਾਂ ਇਦਾਂ ਦੇ ਗੀਤ ਜ਼ਿਆਦਾ ਪਸੰਦ ਕਰਦਾ, ਕੋਈ ਇਹਦੀ ਕੋਈ ਠੋਸ ਵਜ੍ਹਾ ਹੋ ਸਕਦੀ ਹੈ ਵੀ ਕਿਉਂ? ਹਾਂਜੀ, ਕਿਉਂਕਿ ਜਿਹੜੇ ਪਸੰਦ ਕਰਦੇ ਆ ਉਹਨਾਂ ਚੰਗਾ ਵੀ ਪਸੰਦ ਕਰਨਾ ਔਰ ਮਾੜਾ ਵੀ ਜੀ, ਬਿਲਕੁਲ। ਔਰ ਬਹੁਤ ਘੱਟ ਲੋਕ ਜਿਹੜੇ ਚੰਗਾ ਸੁਣਨਾ ਪਸੰਦ ਕਰਦੇ ਆ ਜੀ। ਤੇ ਜ਼ਿਆਦਾ ਮਰਨ ਮਨਾਉਣ ਵਾਲੇ ਜਾਂ ਤਾੜਵਾੜ ਵਾਲੇ ਗਾਣੇ ਜਿਹੜੇ ਅੱਜ ਕੱਲ੍ਹ ਜ਼ਿਆਦਾ ਚੱਲਦੇ ਆ ਜੀ। ਸੋ ਜ਼ਰੂਰੀ ਨਹੀਂ ਆਪਾਂ ਉਹੀ ਲਗਾਤਾਰ ਗਾਉਣੇ ਆ। ਜੇ ਆਪਣੇ 8 ਗੀਤ ਨੇ ਉਹਨਾਂ ਵਿੱਚੋਂ ਘੱਟੋ ਘੱਟ 2-4 ਗਾਣੇ ਜਿਹੜੇ ਆਪਾਂ ਨੂੰ ਬਾਈ ਦੀ ਵੇ ਉਹਨਾਂ ਬਾਰੇ ਕੀ ਖਿਆਲ ਆ ਤੁਹਾਡਾ? ਨਹੀਂ, ਠੀਕ ਆ, ਜੋ ਜਨਰੇਸ਼ਨ ਦੇ ਹਿਸਾਬ ਨਾਲ ਹੀ ਜੀ। ਜੋ ਪਬਲਿਕ ਚਾਹੁੰਦੀ ਆ ਉਸ ਹਿਸਾਬ ਨਾਲ ਵੀ ਮਜਬੂਰੀ ਵੀ ਬਣ ਜਾਂਦੀ ਆ, ਪਰ ਇਹ ਨਹੀਂ ਆ ਵੀ ਆਪਾਂ ਇੱਕੋ ਲਾਈਨ 'ਤੇ ਹੀ ਤੁਰੇ ਜਾਈਏ ਜਾਂ ਇੱਕੋ ਡੰਡੀ 'ਤੇ ਤੁਰੇ ਜਾਈਏ। ਲੇਕਿਨ ਥੋੜ੍ਹਾ ਬਹੁਤ ਜ਼ਰੂਰ ਚਾਹੀਦਾ, ਬੇਬੇ ਬਾਪੂ 'ਤੇ ਗਾਉਣਾ ਚਾਹੀਦਾ, ਜਾਂ ਮੰਨ ਲਓ ਆਪਣੇ ਕੋਈ ਧਾਰਮਿਕ ਸੌਂਗ ਹੋਣਾ ਚਾਹੀਦਾ, ਜਾਂ ਕਿਸਾਨਾਂ 'ਤੇ ਜੋ ਹਾਲਾਤ ਬਣੇ ਪਏ ਆ, ਜੋ ਸਰਕਾਰਾਂ ਅੱਜ ਤੁਹਾਨੂੰ ਪਤਾ ਹੀ ਵੀ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਲੁੱਟਣ ਵਾਲੀਆਂ ਹੀ ਆਈਆਂ। ਬਿਲਕੁਲ। ਹਾਂਜੀ, ਇੱਦਾਂ ਹੀ, ਇਸ ਕਰਕੇ ਮੈਂ ਚਾਹੁੰਦਾ ਵੀ ਚੰਗਾ ਵੀ ਹੋਵੇ। ਤਾਂ ਪਿੰਡ ਵਾਲਿਆਂ ਨੂੰ ਪਤਾ ਕਿ ਹਾਂ ਵੀ ਗਗਨ ਭੁੱਲਰ ਦੀ ਜਿਹੜੀ ਲਿਖਤ ਆ ਉਹ ਇਦਾਂ ਦੀ ਆ ਜਾਂ ਉਹ ਗਾਉਂਦਾ ਤੇ ਸਾਥ ਮਿਲ ਰਿਹਾ ਕਿ ਨਹੀਂ? ਹਾਂਜੀ ਹਾਂਜੀ, ਕਈ ਵਾਰੀ ਆਪਾਂ ਜਦੋਂ ਲਾਈਵ ਕਿਤੇ ਸਟੇਜ ਦੇ ਉੱਪਰ ਗਾਈਦਾ ਤੇ ਜੋ ਪਿੰਡ ਦੇ ਆਪਣੇ ਨੌਜਵਾਨ ਮੁੰਡੇ ਆ ਤੇ ਉਹ ਬਹੁਤ ਹੱਲਾਸ਼ੇਰੀ ਦਿੰਦੇ ਆ, ਚੰਗਾ ਵੀ ਲੱਗਦਾ। ਔਰ ਕਿਉਂਕਿ ਕੋਈ ਵੀ ਗਾਉਣ ਵਾਲਾ ਹੈ ਚਾਹੇ ਲਿਖਣ ਵਾਲਾ, ਹੱਲਾਸ਼ੇਰੀ ਤੋਂ ਬਿਨਾਂ ਉਹ ਸੰਭਵ ਨਹੀਂ ਆ ਕੰਮ। ਸੋ ਇਸ ਕਰਕੇ ਪੂਰਾ ਸਾਥ ਆ ਜੀ। ਤੇ ਇਸ ਹੱਲਾਸ਼ੇਰੀ ਦੇ ਵਿੱਚ ਪਰਿਵਾਰ ਦਾ ਵੀ ਜ਼ਿਕਰ ਆਉਂਦਾ ਕਿ ਨਹੀਂ? ਨਹੀਂ, ਪਰਿਵਾਰ ਪੂਰਾ ਸਾਥ ਦੇ ਰਿਹਾ ਜੀ। ਜੀ, ਐਵੇਂ ਦੀ ਕੋਈ ਗੱਲ ਨਹੀਂ ਗੀ। ਓਕੇ, ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਜ਼ਿਆਦਾ ਕੌਣ ਮਤਲਬ ਕਿ ਮੋਟੀਵੇਟ ਕਰਦਾ, ਬੇਬੇ ਜਾਂ ਬਾਪੂ? ਨਹੀਂ, ਦਰਅਸਲ ਬੇਬੇ ਤਾਂ ਦੁਨੀਆ ਤਾਂ ਹੈ ਨਹੀਂ। ਅੱਛਾ ਜੀ। ਹਾਂਜੀ ਹਾਂਜੀ, ਬਾਕੀ ਬਾਪੂ ਹੈ ਜੀ ਆਪਣਾ, ਫਾਦਰ ਸਾਹਿਬ, ਵਾਈਫ ਆ ਔਰ ਇੱਕ ਬੇਟਾ ਆਪਣਾ ਛੋਟਾ 8 ਸਾਲ ਦਾ। ਬਾਕੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਆਪਣੇ ਗਾਉਣ ਤੋਂ ਤੇ ਸਾਥ ਦੇ ਰਹੇ ਜੀ। ਹਾਂਜੀ, ਜਿਵੇਂ ਤੁਸੀਂ ਮੈਨੂੰ ਤੁਹਾਡੀ ਇੱਕ ਗੱਲ ਬਹੁਤ ਖੂਬਸੂਰਤ ਲੱਗੀ, ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਮੈਂ ਕਿਸਾਨੀ ਦੇ ਉੱਪਰ ਬਹੁਤ ਗਾਉਣਾ ਪਸੰਦ ਕਰਦਾ। ਅੱਜ ਆਪਾਂ ਖੜੇ ਵੀ ਹਾਂ ਤਾਂ ਇੱਥੇ ਝੋਨੇ ਦੇ ਵਿੱਚ ਖੜੇ ਹੋਏ ਜਿਹੜੇ ਇੰਟਰਵਿਊ ਕਰ ਰਹੇ ਹਨ, ਤਾਂ ਜ਼ਰੂਰੀ ਹੈ ਇਹ ਚੀਜ਼ਾਂ, ਕਿਉਂਕਿ ਜਿਹੜੀ ਅੱਜ ਦੀ ਜਿਹੜੀ ਪੀੜ੍ਹੀ ਆ ਤੇ ਪਨੀਰੀ ਆ, ਖਾਸ ਕਰਕੇ ਨਵੀਂ ਪਨੀਰੀ ਆ, ਉਹ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਹੈ ਨਾ। ਉਹ ਕਿਸੇ ਹੋਰ ਹੀ ਚਕਾਚੌਂਧ ਦੇ ਵਿੱਚ ਉਲਝ ਗਈ ਆ। ਤਾਂ ਮੈਂ ਚਾਹੁੰਦਾ ਕਿ ਕਿਸੇ ਹੋਰ ਗੀਤ ਦਾ ਜਿਹੜਾ ਜ਼ਾਇਕਾ ਤੁਹਾਡਾ ਮਾਣਿਆ ਜਾਵੇ। ਹਾਂਜੀ, ਇੱਕ ਮੈਂ ਆਪਣੇ ਜਿਹੜੇ ਦੇਸ਼ ਦੇ ਜਿਵੇਂ ਆਪਣੇ ਪੰਜਾਬੀ ਗੱਭਰੂ ਆ ਜੀ, ਜਿਵੇਂ ਉਹ ਜੰਗ ਦੇ ਮੈਦਾਨ ਵਿੱਚ ਹੁੰਦੇ ਆ ਵੀ ਕਿਵੇਂ ਉਹਨੂੰ ਵੈਰੀ ਨੂੰ ਲਲਕਾਰਦੇ ਆ ਜਾਂ ਕਿੱਦਾਂ ਵੀ ਉਹਨੂੰ ਹੋ ਲੋੜ ਪੈਣ ਤੇ ਸਮੁੰਦਰਾਂ ਨੂੰ ਫੂਕ ਦਈਏ, ਐਸੀ ਕੌਮ ਦੇ ਅਸੀਂ ਜਾਏ ਯਾਰੋ, ਆ ਜਿੰਨੇ ਜਿੰਨੇ ਸਾਡੇ ਸਿਰ ਕਰਜ਼ ਚਾੜਿਓ, ਆਸਣੇ ਵਿਆਜ ਅਸੀਂ ਲਾਏ ਯਾਰੋ, ਆਸਣੇ ਵਿਆਜ ਅਸੀਂ ਲਾਏ ਯਾਰੋ, ਹੋ ਤੀਰ ਵਾਂਗੂ ਸਿੱਧਾ ਹਿੱਕ ਵਿੱਚ ਵੱਜਣਾ ਤੇ ਸ਼ੇਰਾਂ ਵਾਂਗੂ ਗੱਜਣਾ, ਕੱਢ ਕੇ ਵੈਰੀ ਦੀ ਜਾਨ ਵੈਰ ਕੱਢਣਾ ਤੇ ਨਾ ਮੈਦਾਨ ਛੱਡਣਾ, ਆ ਦੋਵਾਂ ਪਾਸਿਆਂ ਤੋਂ ਜਦੋਂ ਫੈਰ ਚੱਲਦੇ ਤੇ ਤਬਾਹੀ ਮੱਚਦੀ ਓ, ਆਇਣ ਖਾਣਾ ਜਿਉਣ ਦੀ ਗਵਾਹੀ ਭਰਦੀ ਓ, ਮੁੱਛ ਖੜੀ ਜੱਟ ਦੀ ਹੋ। ਬਹੁਤ ਵਧੀਆ ਭੁੱਲਰ ਸਾਹਿਬ, ਬਹੁਤ ਸੋਹਣੇ ਜਿਹੜੇ ਤੁਸੀਂ ਗੀਤਾਂ ਦਾ ਸਹਾਰਾ ਲੈ ਰਹੇ ਹੋ। ਇੱਕ ਗੱਲ ਮੈਨੂੰ ਜ਼ਰੂਰ ਦੱਸਿਓ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪ੍ਰੋਫੈਸ਼ਨਲ ਕਰ ਚੁੱਕੇ ਹੋ ਜਾਂ ਅਜੇ ਇਰਾਦਾ ਨਹੀਂ ਬਣਿਆ? ਨਹੀਂ, ਆਪਣੇ ਆਏ ਹੋਏ ਸੌਂਗ ਜੀ। ਹਾਂਜੀ, ਉਹਨਾਂ ਦੇ ਬਾਰੇ ਕੁਝ ਜ਼ਿਕਰ ਕਰੋ। ਹਾਂਜੀ, ਇੱਕ ਸਲੂਟ ਸੌਂਗ ਆਇਆ ਜੀ ਔਰ ਇੱਕ ਦਿੱਲੀ ਤੇ ਕੀਤਾ ਸੀਗਾ ਜੀ। ਓਕੇ, ਜੇ ਸਲੂਟ ਦੇ ਵਿੱਚ ਤਾਂ ਉਹ ਤੁਸੀਂ ਟਾਈਟਲ ਦੱਸਿਆ, ਓਵਰਆਲ ਕੀ ਮਤਲਬ ਕੀ ਸੀ ਉਸ ਗਾਣੇ ਦੀ ਟਾਈਟਲ ਲਾਈਨ ਕੀ ਸੀ? ਹਾਂਜੀ, ਉਹ ਗਾਣਾ ਹੈਗਾ ਸੀ ਜਿਵੇਂ 34 ਨੂੰ ਪੁਲਿਸ ਭਾਲਦੀ, ਉਵੇਂ ਗੱਭਰੂ ਤੇ ਟਿਕੇ ਅੱਖ ਮੁਟਿਆਰ ਦੀ, ਕਹਿੰਦੀਆਂ ਨੇ ਪੈਣਾ ਪੱਟਣਾ ਮੁੰਡਾ ਨਾਗਣੀ ਬਲੈਕ ਵਰਗਾ, ਅੱਲੜਾਂ ਦੀ ਅੱਖ ਵਿੱਚ ਰੜ ਕੇ ਮੁੰਡਾ ਅਸਲੇ ਨਜਾਇਜ਼ ਵਰਗਾ, ਐਦਾਂ ਕਰਕੇ ਸੀ ਜੀ। ਮਤਲਬ ਬੀਟ, ਮਤਲਬ 18 ਤੋਂ 26 ਸਾਲ ਵਾਲਿਆਂ ਦਾ ਵੀ ਖਿਆਲ ਰੱਖਿਆ ਤੁਸੀਂ ਗੀਤਾਂ ਦੇ ਵਿੱਚ। ਹਾਂਜੀ, ਉਹੀ ਆ ਨਾ ਵੀ ਸ਼ੁਰੂਆਤ ਉੱਥੋਂ ਹੋਈ ਸੀਗੀ ਜੀ। ਤੇ ਕੁਛ ਕਹਿ ਲਓ ਵੀ ਲਿਖਤ ਤੋਂ ਲੈ ਕੇ ਮਿਊਜ਼ਿਕ ਤੱਕ, ਡਾਇਰੈਕਟਰ ਤੱਕ, ਮਿਊਜ਼ਿਕ ਡਾਇਰੈਕਟਰ ਤੱਕ, ਉਹਦੇ ਬਾਅਦ ਕੰਪਨੀ ਤੱਕ ਜੀ ਮਿਹਨਤ ਬਹੁਤ ਲੱਗਦੀ ਆ। ਔਰ ਮਿਹਨਤ ਤੋਂ ਬਾਅਦ ਜਦੋਂ ਆਪਾਂ ਨੂੰ ਆਊਟਪੁੱਟ ਨਹੀਂ ਮਿਲਦੀ, ਥੋੜ੍ਹੀ ਨਾਰਾਜ਼ਗੀ ਵੀ ਹੁੰਦੀ ਆ। ਉਹ ਇਸ ਤਰ੍ਹਾਂ ਸਾਡੇ ਨਾਲ ਕੁਛ ਕੰਪਨੀ ਕਰਕੇ ਸਾਡਾ ਉਹਨਾਂ ਨਾਲ ਵੀ ਜੋ ਬਜਟ ਸੀਗਾ, ਬਜਟ ਲੈ ਲਿਆ, ਉਨੀ ਆਊਟਪੁੱਟ ਨਹੀਂ ਮਿਲੀ, ਸਾਨੂੰ ਨਹੀਂ ਮਿਲੀ ਕੁਛ। ਸਹੀ ਗੱਲ ਤਾਂ ਇਹ ਆ ਵੀ ਸਾਨੂੰ ਸੌਂਗ ਨਹੀਂ ਮਿਲਿਆ, ਸਾਡੇ ਕੋਲ ਜਿਹੜੀ ਵੈਬ ਫਾਈਲ ਹੁੰਦੀ ਲਾਸਟ ਫਾਈਨਲੀ ਉਹ ਨਹੀਂ ਮਿਲੀ। ਸੋ 1-2 ਕੰਪਨੀਆਂ ਨਾਲ ਸਾਡੀ ਗੱਲ ਵੀ ਹੋਈ, ਜੱਸ ਰੌਕਟ ਨਾਲ ਔਰ ਅਮਨ ਨਾਲ,
ਔਰ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਵੀ ਗਾਣਾ ਅਸੀਂ ਕਰਾਂਗੇ, ਲੇਕਿਨ ਜਿਹੜੇ ਆਪਣਾ ਮਿਊਜ਼ਿਕ ਡਾਇਰੈਕਟਰ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਆਂਦਾ ਵੀ ਅੱਜ ਦਿਨੇ ਕੱਲ ਦਿਨੇ, ਹੁਣ ਤੁਹਾਨੂੰ ਪਤਾ ਵੀ ਇੰਨਾ ਕੋਈ ਨਹੀਂ ਵਿਹਲਾ ਜਿਹੜਾ ਬੰਦਾ ਵੀ ਆਪਣੇ ਕੰਮ ਕਾਰਾਂ ਨੂੰ ਛੱਡ ਕੇ ਜੀ ਬਿਲਕੁਲ ਰੋਜ਼ ਚੰਡੀਗੜ੍ਹ ਦੇ ਗੇੜੇ ਮਾਰੇ ਜੀ। ਔਰ ਅਸੀਂ ਉਹਨੂੰ ਇਸ ਨੂੰ ਉਸ ਆਦਮੀ ਨੇ ਇਹੀ ਕਿਹਾ ਵੀ ਕੋਈ ਚੱਕਰ ਨਹੀਂ, ਤੂੰ ਆਪਣਾ ਜਿਹੜਾ ਗਾਣਾ ਜੋ ਸਾਡਾ ਸ਼ੂਟ ਕੀਤਾ ਤੂੰ ਜਿੱਥੇ ਦਿਲ ਕਰਦਾ ਤੂੰ ਇਹਨੂੰ ਰਿਲੀਜ਼ ਕਰ ਦੇ, ਕੋਈ ਚੱਕਰ ਨਹੀਂ ਪਰ ਰਿਲੀਜ਼ ਕਰ ਦੇ। ਸੋ ਇਸ ਕਰਕੇ ਉਹ ਥੋੜਾ ਜਿਹਾ ਬੰਦੇ ਦਾ ਮਨ ਵੀ ਟੁੱਟਦਾ ਜੀ। ਉਹੀ ਗਾਣਾ ਘੱਟ ਗਾਣਾ ਬਲੌਕ ਨਾ ਹੋਵੇ। ਹਾਂਜੀ ਹਾਂਜੀ, ਉਹੀ ਚੱਕਰਾਂ ਨੇ ਵੀ ਜਦੋਂ ਮਿਹਨਤ ਵੀ ਕੀਤੀ ਹੈ ਜੀ, ਪੈਸਾ ਵੀ ਲਾਇਆ, ਪਰ ਗਾਣਾ YouTube ਦੇ ਉੱਪਰ ਰਿਲੀਜ਼ ਤਾਂ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਆ ਕਿ ਵੀ ਠੀਕ ਆ ਭਾਈ ਸੱਜਣਾ ਇਹਨੂੰ ਰਿਲੀਜ਼ ਕਰ ਦੇ, ਤੇ ਨਹੀਂ ਤਾਂ ਉਹ ਗੀਤ ਜੇ ਚੰਗੀ ਕੰਪਨੀ ਨੂੰ ਦਿੱਤਾ ਹੁੰਦਾ, ਜਿਵੇਂ ਕੰਪਨੀਆਂ ਨੇ ਹਾਂ ਵੀ ਭਰੀ ਸੀਗੀ, ਤਾਂ 5-7 ਲੱਖ ਵਿਊ ਨਾਰਮਲ ਗੱਲ ਸੀ। ਹਾਂ, ਲੋਕਾਂ ਨੇ ਹੁੰਗਾਰਾ ਦੇਣਾ ਸੀ ਹਨਾ। ਔਰ ਉਸ ਆਦਮੀ ਜਿਹੜਾ ਚੈਨਲ ਸੀ ਜੀ, ਉਸ ਚੈਨਲ ਨੂੰ ਜਿਹੜਾ ਸਾਡੇ Song ਨੇ ਮੋਨੇਟਾਈਜ਼ ਕੀਤਾ ਹੈ। ਓਕੇ, ਅੱਛਾ, ਉਸ ਗਾਣੇ ਨੇ ਮੋਨੇਟਾਈਜ਼ ਕਰਾਤਾ। ਹਾਂਜੀ ਬਿਲਕੁਲ ਬਿਲਕੁਲ ਜੀ। ਪਰ ਅਸੀਂ ਉਦੋਂ ਨਵੇਂ ਬੰਦੇ ਆ, ਸਾਨੂੰ ਇੰਨਾ ਨਹੀਂ ਸੀ ਪਤਾ ਵੀ ਕਿੱਦਾਂ ਪ੍ਰਮੋਸ਼ਨ ਹੁੰਦੀ ਆ ਜਾਂ ਕਿੱਦਾਂ ਰਿਲੀਜ਼ਿੰਗ ਹੁੰਦੀ ਆ। ਸੋ ਇਸ ਕਰਕੇ ਉਹ ਕਹਿੰਦੇ ਹੁੰਦੇ ਠੋਕਰਾਂ ਖਾ ਕੇ ਬੰਦੇ ਨੂੰ ਅਕਲ ਆਉਂਦੀ ਹੈ। ਸੋ ਇਦਾਂ ਹੀ ਸਾਡੇ ਨਾਲ ਵਾਪਰਿਆ ਜੀ। ਨਹੀਂ ਬਿਲਕੁਲ, ਇਹ ਇਕੱਲਾ ਤੁਹਾਡੇ ਨਹੀਂ, ਇਹ ਸਾਰਿਆਂ ਦੀ ਹੀ ਕਹਾਣੀ ਇਹ ਆ, ਕਿਉਂਕਿ ਬਹੁਤ ਸਾਰੇ ਕੰਪਨੀਆਂ ਦੀ ਗੱਲ ਨਹੀਂ ਮੈਂ ਕਰੂੰਗਾ, ਪਰ ਕੁਝ ਕੁ ਕੰਪਨੀਆਂ ਵਾਲੇ ਇਹੋ ਜਿਹੇ ਨੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਆਉਣ ਵਾਲੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਤੰਗ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਉਹ ਅਵੇਅਰ ਨਹੀਂ ਹੁੰਦੇ, ਉਹ ਉਸੇ ਚੀਜ਼ ਦਾ ਹੀ ਫਾਇਦਾ ਉਠਾਉਂਦੇ ਨੇ। ਜਿਹੜੇ ਨਾਮਵਰ ਸਿੰਗਰ ਹੁੰਦੇ ਨੇ ਉਹਨਾਂ ਦੇ ਅੱਗੇ ਪਿੱਛੇ ਕੰਪਨੀਆਂ ਭੱਜਦੀਆਂ, ਉਹਨਾਂ ਤੇ ਲਾਉਂਦੀਆਂ ਤੇ ਨਵਿਆਂ ਤੋਂ ਕਮਾਉਂਦੀਆਂ, ਜਿਹੜੀ ਸੱਚੀ ਗੱਲ ਹੈ ਨਾ। ਹਾਂਜੀ ਬਿਲਕੁਲ, ਜਿਹੜੇ ਨਵੇਂ ਬੰਦੇ ਤੇ ਪੈਰ ਨਹੀਂ ਲੱਗਣ ਦਿੰਦੇ, ਕਿਉਂਕਿ ਲੈਂਡ ਬਹੁਤ ਜ਼ਿਆਦਾ ਟੇਢੀ ਆ। ਹੁਣ ਜਿਵੇਂ ਤੁਸੀਂ ਤਾਂ ਰੋਜ਼ ਵੱਖ-ਵੱਖ ਰਾਈਟਰਾਂ ਨਾਲ, ਅਲੱਗ-ਅਲੱਗ ਸਿੰਗਰਾਂ ਨਾਲ ਤੁਹਾਡੀ ਰੋਜ਼ ਦੀ ਜਿਹੜੀ ਗੱਲਬਾਤ ਹੁੰਦੀ ਆ, ਤੁਹਾਨੂੰ ਜ਼ਿਆਦਾ ਪਤਾ ਹੀ ਸਾਡੇ ਨਾਲ, ਬਹੁਤ ਜ਼ਿਆਦਾ ਟੇਢੀ ਲਾਈਨ ਆ। ਇਹਦੇ ਵਿੱਚ ਨਵੇਂ ਬੰਦੇ ਤੇ ਪੈਰ ਨਹੀਂ ਲੱਗਣ ਦਿੰਦੇ ਜੀ, ਛੇਤੀ ਨਹੀਂ ਪੈਰ ਲੱਗਣ ਦਿੰਦੇ। ਇਸੇ ਕਰਕੇ ਹੀ ਜਿਹੜੇ ਮਤਲਬ ਕਿ MG ਟੈਲੀਕਾਸਟ ਨੇ ਕੋਸ਼ਿਸ਼ ਕੀਤੀ ਆ ਕਿ ਜਿਹੜੇ ਜਿਨ੍ਹਾਂ ਦੇ ਪੈਰ ਨਹੀਂ ਲੱਗਣ ਦਿੰਦੇ ਉਹਨਾਂ ਵਾਸਤੇ ਇੱਕ ਪਲੇਟਫਾਰਮ ਲੈ ਕੇ ਜਿਹੜਾ MG ਟੈਲੀਕਾਸਟ ਖੜਿਆ। ਤਾਂ ਮੈਂ ਚਾਹੁੰਦਾ ਭੁੱਲਰ ਸਾਹਿਬ ਆਉਣ ਦੀ ਕੋਈ ਗੀਤ ਵਧੀਆ ਆ। ਹਾਂਜੀ, ਇੱਕ ਨਾ ਸਾਹਬ ਪਨਕੋਟੇ ਦੀ ਲਿਖਤ ਜਿਹੜੀ ਮੈਨੂੰ ਬਹੁਤ ਪਸੰਦ ਆ, ਉਹਦੇ ਵਿੱਚ ਇੱਕ ਤੁਹਾਨੂੰ ਮੈਂ Song ਸੁਣਾਉਣਾ ਜੀ। ਜੀ ਜ਼ਰੂਰ ਜ਼ਰੂਰ। ਉਹ ਵੀ ਇੱਕ ਕਿਸਾਨਾਂ ਤੇ ਆਈ। ਕੀ ਬਾਤ ਹੈ। ਹੋਏ ਅਸੀਂ ਅੱਗ ਲਾਉਂਦੇ ਜਦੋਂ ਨਾੜਾਂ ਨੂੰ, ਤੂੰ ਤੁਰ ਜਾਏ ਬੀਬਾ ਪਹਾੜਾਂ ਨੂੰ। ਅਸੀਂ ਅੱਗ ਲਾਉਂਦੇ ਜਦੋਂ ਨਾੜਾਂ ਨੂੰ, ਤੂੰ ਤੁਰ ਜਾਏ ਬੀਬਾ ਪਹਾੜਾਂ ਨੂੰ। ਕਦੇ ਮੋਟਰ ਜਾਂਦੀ ਸੜ ਬੀਬਾ, ਕਦੇ ਬੋਰ ਵੀ ਜਾਂਦਾ ਖੜ ਬੀਬਾ। ਕਦੇ ਮੋਟਰ ਜਾਂਦੀ ਸੜ ਬੀਬਾ, ਕਦੇ ਬੋਰ ਵੀ ਜਾਂਦਾ ਖੜ ਬੀਬਾ। ਉਤੋਂ ਡਰ ਵਿਚਲੀ ਦਿਆਂ ਕੱਟਾਂ ਦਾ, ਝੋਨੇ ਦਾ ਤਪਦਾ ਪਾਣੀ ਨਹੀਂ, ਪੈਂਦੀ ਵੱਟ ਤੇ ਰੋਟੀ ਖਾਣੀ ਨਹੀਂ। ਬੜਾ ਮਾੜਾ ਹਾਲ ਈ ਓ ਜੱਟਾਂ ਦਾ ਹੋ। ਐਸੀ ਮਾਰਿਆ ਸਰਕਾਰਾਂ ਦੇ ਕੁਝ ਫੁਕਰੇ ਜੇ ਕਲਾਕਾਰਾਂ ਦੇ। ਐਸੀ ਮਾਰਿਆ ਸਰਕਾਰਾਂ ਦੇ ਕੁਝ ਫੁਕਰੇ ਜੇ ਕਲਾਕਾਰਾਂ ਦੇ। ਹੱਥ ਕਰਸਾਨੀ ਝੰਡੇ ਨਹੀਂ, ਹੱਕਾਂ ਲਈ ਖਾਈਏ ਡੰਡੇ ਨਹੀਂ, ਪਵੇ ਮੋਲਣਾ ਸਾਡੀਆਂ ਸੱਟਾਂ ਦਾ। ਝੋਨੇ ਦਾ ਤਪਦਾ ਪਾਣੀ ਨਹੀਂ, ਪੈਂਦੀ ਵੱਟ ਤੇ ਰੋਟੀ ਖਾਣੀ ਨਹੀਂ। ਬੜਾ ਮਾੜਾ ਹਾਲ ਈ ਓ ਜੱਟਾਂ ਦਾ। ਝੋਨੇ ਦਾ ਤਪਦਾ ਪਾਣੀ ਨਹੀਂ, ਪੈਂਦੀ ਵੱਟ ਤੇ ਰੋਟੀ ਖਾਣੀ ਨਹੀਂ। ਬੜਾ ਮਾੜਾ ਹਾਲ ਈ ਓ ਜੱਟਾਂ ਦਾ। ਬਹੁਤ ਘੱਟ ਜਿਹੜੇ ਗਾਉਣ ਵਾਲੇ ਨੇ ਜਿਹੜੇ ਜੱਟਾਂ ਦੀ ਅਸਲ, ਜੱਟ ਨਹੀਂ ਮੈਂ ਜ਼ਿਮੀਂਦਾਰ ਕਹੂੰਗਾ, ਕਿਸਾਨ ਕਹੂੰਗਾ, ਕਿਉਂਕਿ ਕਿਸਾਨ ਦੇ ਵਿੱਚ ਸਾਰੇ ਆ ਜਾਂਦੇ ਨੇ ਹਨ, ਜਿਹੜੇ ਉਹਨਾਂ ਦੀ ਅਸਲ ਹਕੀਕਤ ਬਿਆਨ ਕਰਦੇ ਨੇ। ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਜੱਟ ਸ਼ਬਦ ਨੂੰ ਗਾਣੇ ਦੇ ਵਿੱਚ ਇਹੋ ਜਿਹੇ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ ਕਿ ਹੁਣ ਕਦੇ-ਕਦੇ ਆਪਾਂ ਵੀ ਸੋਚਦੇ ਹਾਂ ਕਿ ਯਾਰ ਐਸੇ ਤਾਂ ਨਹੀਂ ਸੀ ਜੱਟ ਜੋ ਬਣਾ ਕੇ ਪੇਸ਼ ਕਰਤੇ ਹਨ। ਜਿਹੜੀ ਆਉਣ ਵਾਲੀ ਪਨੀਰੀ ਆ ਜਾਂ ਜਿਹੜੇ ਹੋਰ ਜਿਹੜੇ ਸੂਬੇ ਦੇ ਲੋਕ ਨੇ ਉਹ ਦੇਖਦੇ ਨੇ ਕਿ ਯਾਰ ਵੀ ਜੱਟ ਤਾਂ ਮਤਲਬ ਕਿ ਫੋਰਚੂਨਰ ਦੇ ਬੁਲਟ ਪਟਾਕੇ ਪਾਉਣ ਨੂੰ ਤੇ ਬੜਾ ਕੁਛ ਹੈ ਨਾ, ਵੀ ਉਹ ਉਹਨਾਂ ਦੇ ਦਿਮਾਗ 'ਤੇ ਵੀ ਗਲਤ ਅਸਰ ਪੈ ਰਿਹਾ। ਤਾਂ ਮੇਰੇ ਖਿਆਲ ਦੇ ਵਿੱਚ ਅਸਲ ਤਸਵੀਰ ਹੈ ਜਿਹੜੀ ਉਹ ਗੀਤਾਂ ਰਾਹੀਂ ਪੇਸ਼ ਕੀਤੀ ਜਾਵੇ, ਤਾਂ ਕਿ ਸਰਕਾਰਾਂ ਤੱਕ ਵੀ ਗੱਲ ਪਤਾ ਤਾਂ ਉਹਨਾਂ ਨੂੰ ਵੀ ਭਲੀ ਭਾਂਤ ਹੈ, ਪਰ ਅਸਲ ਜਿਹੜਾ ਉਹ ਜਾਇਜ਼ਾ ਜਿਹੜਾ ਸਹੀ ਤਰੀਕੇ ਨਾਲ ਲੈ ਸਕਣ। ਤਾਂ ਭੁੱਲਰ ਸਾਹਿਬ, ਜਿਵੇਂ ਤੁਸੀਂ ਮੈਨੂੰ ਕੰਪਨੀਆਂ ਦਾ ਜ਼ਿਕਰ ਕੀਤਾ ਕਿ ਜਿਹੜਾ ਇੱਦਾਂ ਉਹਨਾਂ ਨੇ ਕੀਤਾ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਖਿਆਲ ਹੈ ਤੁਹਾਡਾ? ਹਜੇ ਤੱਕ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ। ਸੋ ਹਜੇ ਕੋਈ ਪਲੈਨਿੰਗ ਨਹੀਂ ਹੈਗੀ ਵੀ ਕੁਛ ਨਵਾਂ ਕਰਨ ਦੀ, ਪਰ ਥੋੜਾ ਜਿਹਾ ਤਿਆਰੀ ਜਿਹੜੀ ਵਧੀਆ ਹੋ ਜੇ, ਵੀ ਹੋਰ ਤਿਆਰੀ ਅਜੇ ਹੋ ਜੇ। ਹਾਂਜੀ, ਵਧੀਆ ਤਿਆਰੀ ਹੋ ਜੇ, ਕਿਉਂਕਿ ਅੱਗੇ ਥੋੜੀ ਜਲਦਬਾਜ਼ੀ ਕਰ ਗਏ, ਜਿਸ ਕਰਕੇ ਸਾਨੂੰ ਥੋੜਾ ਜਿਹਾ ਮਤਲਬ ਇਹ ਘੱਟ ਮਹਿਸੂਸ ਹੋ ਰਿਹਾ ਹੈ ਜੀ। ਇਸ ਕਰਕੇ ਮੈਂ ਨਾ ਵੀ ਕੋਸ਼ਿਸ਼ ਇਹੀ ਆ ਵੀ ਚੰਗਾ ਜੇ ਆਪਾਂ ਗਾਵਾਂਗੇ ਜੀ, ਔਰ ਸੁਣਨ ਵਾਲਾ ਵੀ ਤਾਂ ਹੀ ਸੁਣੂਗਾ ਜੀ। ਹਾਂ ਬਿਲਕੁਲ ਜੀ। ਹਾਂਜੀ ਜੀ, ਜੋ ਵੱਧ ਤੋਂ ਵੱਧ ਇਹੀ ਕੋਸ਼ਿਸ਼ ਆ ਵੀ ਆਪਾਂ ਮਿਹਨਤ ਸਦਕਾ ਹੀ ਅੱਗੇ ਆਈਏ ਜੀ। ਵੀ ਤੁੱਕਾ ਤਾਂ ਕਿਸੇ ਦਾ ਲੱਗਦਾ ਹੁੰਦਾ ਜੀ, ਕੋਈ ਵਿਰਲਾ ਵਾਂਝਾ ਹੁੰਦਾ ਜੀ ਤੁੱਕੇ ਵਾਲਾ ਦਾ ਜੀ। ਤੋ ਜਿਹੜਾ ਮਿਹਨਤ ਕਰਦਾ ਉਹ ਇੱਕ ਦਿਨ ਰੱਬ ਜ਼ਰੂਰ ਫਲ ਪਾਉਂਦਾ ਜੀ। ਸੋ ਬਾਕੀ ਜਿਹੜੀ ਰੂਹ ਦੇ ਵਿੱਚੋਂ ਸੰਗੀਤ ਨਹੀਂ ਨਿਕਲ ਸਕਦਾ ਜੀ, ਇਸ ਕਰਕੇ ਆਦੀ ਰੂਹ ਵਾਸਤੇ ਵੀ ਗਾ ਲਈਦਾ ਜਦੋਂ ਕੁਛ ਟਾਈਮ ਹੁੰਦਾ ਜੀ। ਤੋ ਇੱਧਰ ਉੱਧਰ ਭੜਕਣ ਨਾਲੋਂ ਸਿੰਗਿੰਗ ਲਾਈਨ ਜਿਹੜੀ ਆ
ਰੂਹ ਨੂੰ ਜਿਹੜੀ ਸ਼ਾਂਤੀ ਦਿੰਦੀ ਹੈ। ਕੋਈ ਵੀ ਜੋ ਤੁਹਾਡਾ ਮਨਪਸੰਦ ਜੋ ਗੀਤ ਆ, ਜੋ ਛੋਟਾ ਜਾਂ ਕੋਈ ਇਕੱਲੀ ਸਥਾਈ ਜਾਂ ਅੰਤਰਾ, ਆਪਾਂ ਉਹਦੇ ਨਾਲ ਵਿਦਾਇਗੀ ਲਵਾਂਗੇ ਦਰਸ਼ਕਾਂ ਤੋਂ। ਬਿਲਕੁਲ ਬਿਲਕੁਲ ਜੀ। ਮੈਂ ਕੋਸ਼ਿਸ਼ ਇਹ ਕਰਦਾ ਵੀ ਕਦੇ ਕਦੇ ਜਦੋਂ ਜਿਹੜੀ ਇਨਸਾਨ ਦੀ ਮਾਂ ਹੁੰਦੀ ਹੈ ਜੀ, ਜਦੋਂ ਦੁਨੀਆ ਤੋਂ ਚਲੀ ਜਾਂਦੀ ਹੈ ਜੀ, ਉਹ ਕਹਿੰਦੇ ਜਿਸ ਤਨ ਕੋ ਲੱਗੇ ਉਹੀ, ਬਿਲਕੁਲ ਹਾਂਜੀ, ਉਹੀ ਜਾਣਦਾ ਜਿਹੜੇ ਤੁਹਾਨੂੰ ਲੱਗਦੀ ਹੈ ਗੱਲ। ਸੋ ਕਈ ਵਾਰੀ ਜੇ ਤਾਂ ਪੁੱਤ ਮਾਵਾਂ ਤੋਂ ਤੁਰ ਜਾਣ, ਮਾਵਾਂ ਦੇ ਬੈਠਿਆਂ ਤੁਰ ਜਾਣ, ਤੇ ਮਾਵਾਂ ਬੂਹੇ ਭੇੜ ਕੇ ਰੋਂਦੀਆਂ ਨੇ। ਤੇ ਜੇ ਪੁੱਤਰ ਦੀ ਜਿਹੜੀ ਆਪਣੀ ਛੋਟੀ ਉਮਰ ਦੇ ਵਿੱਚ ਮਾਵਾਂ ਤੁਰ ਜਾਣ ਤਾਂ ਜਿਹੜਾ ਸਾਰਾ ਬੋਝ ਆ ਪੁੱਤਰਾਂ ਦੇ ਜਿਹੜੇ ਮੋਢਿਆਂ ਦੇ ਉੱਪਰ ਆ ਜਾਂਦਾ। ਜਿਹੜੇ ਟੁੱਕ ਆ ਉਹ ਵੀ ਕਾਂ ਖੋਲ ਲੈਂਦੇ। ਬਿਲਕੁਲ ਬਿਲਕੁਲ। ਸੋ ਜਦੋਂ ਕਿਤੇ ਮਾਂ ਦੀ ਯਾਦ ਆਉਂਦੀ ਹੈ ਤੇ ਮੈਂ ਉਵੇਂ ਦਾ ਗੀਤ ਨਹੀਂ ਲਿਖ ਸਕਦਾ ਵੀ ਮੈਂ ਆਪਣੇ ਆਪ ਨੂੰ ਇੰਨਾ ਨਹੀਂ ਸਮਝਦਾ ਵੀ ਮੈਂ ਕਿਸੇ ਦੀ ਜਿਹੜੀ ਕਲਮ ਆ ਉਹਦੇ ਬਰਾਬਰ ਦਾ ਗਾਣਾ ਲਿਖ ਲੂੰ। ਅਜੇ ਤੱਕ ਇੰਨਾ ਸੁਭਾਅ ਨਹੀਂ ਬਣਿਆ ਮੇਰਾ। ਪਰ ਇੱਕ ਗੀਤ ਹੈਗਾ ਵੀ ਤੁਰ ਜਾਵਣ ਮਾਵਾਂ ਫਿਰ ਲੱਭਦੀਆਂ ਨਹੀਂ ਆ। ਇਹ ਗੀਤ ਮੈਂ ਜ਼ਿਆਦਾਤਰ ਸੁਣ ਲੈਂਦਾ ਔਰ ਮਾਂ ਨੂੰ ਯਾਦ ਵੀ ਕਰ ਲੈਂਦਾ। ਭਾਵਕ ਘਰ ਤਾਂ ਤੁਸੀਂ ਮਾਂ ਸ਼ਬਦ ਹੀ ਇੱਕ ਇਹੋ ਜਿਹਾ, ਪਰ ਮੈਂ ਚਾਹੁੰਦਾ ਕਿ ਇਹਨਾਂ ਸਤਰਾਂ ਦਾ ਸਹਾਰਾ ਲਿਆ ਜਾਵੇ ਤੇ ਸੁਣਾਈਆਂ ਜ਼ਰੂਰ ਜਾਣ। ਹਾਂਜੀ ਹਾਂਜੀ, ਜ਼ਰੂਰ ਹੀ। ਏਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਮਾੜੀ ਚੰਗੀ ਥਾਂ ਤੇ ਜਾਣੋ ਰੋਕਦੀਆਂ। ਮੁਖਤ ਚ ਏਡੀਆਂ ਨੇਕ ਸਲਾਵਾਂ ਲੱਭਦੀਆਂ ਨਹੀਂ, ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਇੱਕ ਕੰਮ ਆਖਾਂ ਦੋਸਤਾ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ। ਕੰਮ ਆਖਾਂ ਇੱਕ ਦੋਸਤਾ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ। ਨਹੀਂ ਤੇ ਕਿਧਰੇ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ, ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਬਹੁਤ ਵਧੀਆ ਸੋਚ ਲੱਗੀ ਮੈਨੂੰ ਤੁਹਾਡੇ ਗੀਤਾਂ ਦੀ ਚੋਣ ਬਹੁਤ ਵਧੀਆ ਸੀ, ਜਿਹੜੀ ਖਾਸ ਗੱਲ ਆ। ਨਹੀਂ ਤਾਂ ਜਦੋਂ ਕਿਤੇ ਇੰਟਰਵਿਊ ਕਰੀਦਾ ਤਾਂ ਮੋਸਟਲੀ ਜਿਹੜੇ ਗੀਤ ਤਾਂ ਚਲੋ ਉਹ ਵੀ ਵਧੀਆ ਹੁੰਦੇ ਆ, ਪਰ ਬਹੁਤ ਸੁਣਾਉਣ ਵਾਲੇ ਨੂੰ ਆਪਾਂ ਰੋਕ ਨਹੀਂ ਸਕਦੇ ਹੁੰਦੇ। ਕਿਤੇ ਉਹ ਜਿਹੜੇ ਪੁਰਾਣੀ ਗੱਲ ਤੋਰ ਲੈਂਦੇ ਆ ਕਿ ਪੱਤਿਆਂ ਨਾਲ ਹਿੱਕ ਭਿੜ ਗਈ, ਹੈ ਨਾ। ਤਾਂ ਉਹ ਵੀ ਗੀਤ ਨੇ, ਉਹਨਾਂ ਦੀ ਵੀ ਇੱਕ ਚੋਣ ਦਾ ਲੈਵਲ ਆ, ਇੱਕ ਆਪਣੀ ਵੀ ਚੋਣ ਦਾ ਲੈਵਲ ਆ। ਤਾਂ ਇਸ ਚੀਜ਼ ਦੇ ਵਿੱਚ ਮੈਨੂੰ ਇੱਕ ਚੰਗੀ ਜਿਹੜੀ ਗੱਲਬਾਤ ਲੱਗੀ ਆ ਕਿ ਤੁਸੀਂ ਚੰਗੇ ਸ਼ਬਦਾਂ ਦਾ ਸਹਾਰਾ ਲਿਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਚੰਗੇ ਸ਼ਬਦਾਂ ਦਾ ਸਹਾਰਾ ਕਿਸੇ ਗੱਲ ਨਾਲ ਮਤਲਬ ਨਾਲ ਹੀ ਆਉਂਦਾ। ਕਿਉਂਕਿ ਜੋ ਆਪਣੇ ਆਲੇ ਦੁਆਲੇ ਗੀਤਾਂ ਦਾ ਰੌਲਾ ਰੱਪਾ ਪਿਆ ਹੋਇਆ ਨਾ, ਹਥਿਆਰਾਂ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਕੁੜੀ ਦੇ ਲੱਕ ਦੀ ਗੱਲ ਕਰੀਏ, ਹੈ ਨਾ, ਮਤਲਬ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨਾ ਕਿੰਨਾ ਕੁ ਲੱਕ ਕੱਚਾ ਹੋ ਗਿਆ ਵੀ ਜਿਹੜਾ ਉਹ ਮਿੰਟ 'ਚ ਹੀ ਕਹਿ ਦਿੰਦੇ ਆ ਵੀ ਟੁੱਟ ਨਾ ਜਾਵੇ, ਹੈ ਨਾ। ਤਾਂ ਉਹ ਸ਼ਾਇਦ ਜਿਹੜੀ ਸੋਚ ਆ ਉਹ ਬਹੁਤ ਨੀਵੀਂ ਹੋ ਚੁੱਕੀ ਆ, ਸੋਚ ਦਾ ਵੀ ਬਲਾਤਕਾਰੀ ਹੋ ਚੁੱਕਿਆ। ਤਾਂ ਤੁਸੀਂ ਵਧਾਈ ਦੇ ਪਾਤਰ ਹੋ ਯਾਰ, ਮੈਨੂੰ ਤੁਹਾਡੀ ਲਿਖਤ ਬਹੁਤ ਸੋਹਣੀ ਲੱਗੀ ਭੁੱਲਰ ਸਾਹਿਬ। ਇੰਨਾ ਮੈਨੂੰ ਹੁਣ ਤੁਸੀਂ ਜ਼ਰੂਰ ਦੱਸ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਹੜੇ ਪ੍ਰੋਜੈਕਟ ਦੇ ਨਾਲ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ, ਅਤੇ ਕਿਹੜਾ ਸਾਨੂੰ ਜਿਹੜਾ ਤੁਹਾਡਾ ਪ੍ਰੋਜੈਕਟ ਵਧੀਆ ਸੁਣਨ ਨੂੰ ਮਿਲ ਰਿਹਾ। ਹਾਂਜੀ, ਹਜੇ ਕੋਸ਼ਿਸ਼ ਚੱਲ ਰਹੀ ਆ ਜੀ ਵੀ ਜੋ ਵੀ ਕਰੀਏ ਜੀ ਥੋੜਾ ਚੰਗਾ ਕਰੀਏ ਤੇ ਸੁਣਨ ਵਾਲੇ ਵੀ ਕੰਨ ਚੰਗੇ ਹੋਣ। ਜੀ ਬਿਲਕੁਲ। ਸੋ ਜਿਹੜਾ ਮੈਟਰ ਆ ਹਥਿਆਰਾਂ ਥੁਰਾਂ ਵਾਲਾ ਜਾਂ ਹੋਰ ਨਸ਼ਾ ਵਾਲਾ, ਨਸ਼ੇ ਨੂੰ ਪ੍ਰਮੋਟ ਕਰਨਾ ਜਾਂ ਕਿਵੇਂ ਵੀ ਕਹਿ ਲਓ, ਇਹ ਤਾਂ ਚੱਲਦਾ ਹੀ ਰਹਿੰਦਾ ਜੀ। ਇਹ ਤਾਂ ਜਦੋਂ ਮਰਜ਼ੀ ਪੈਨਸਲ ਚੱਕੀ ਤੇ ਚੇਪਤਾ। ਔਰ ਚੰਗਾ ਮੈਟਰ ਲਿਖਣ ਵਾਸਤੇ ਇੱਕ ਚੰਗੇ ਰਾਈਟਰ ਦੀ ਜਿਹੜੀ ਆਪਾਂ ਨੂੰ ਲੋੜ ਹੁੰਦੀ ਆ। ਤਾਂ ਮੈਂ ਇਹੀ ਕੋਸ਼ਿਸ਼ ਕਰਾਂਗਾ ਵੀ ਚੰਗਾ ਰਾਈਟਰ ਹੋਵੇ, ਚੰਗੀ ਲਿਖਤ ਹੋਵੇ। ਸੋ ਕੋਈ ਵੀ ਸ਼ੁਰੂਆਤ ਆਪਾਂ ਕਰਨੀ ਹੈ ਤਾਂ ਚੰਗੇ ਮੈਟਰ ਨਾਲ ਹੀ ਹੋਵੇ, ਚੰਗੀ ਲਿਖਤ ਹੋਵੇ,
ਕੋਸ਼ਿਸ਼ ਇਹੀ ਰਹੂਗੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਭੁੱਲਰ ਸਾਹਿਬ। ਤੁਸੀਂ ਦੇਖ ਰਹੇ ਸੀ ਕਿ ਸੌਂਕੇ ਦੇ ਵਿੱਚ ਖੜੇ ਹੋਏ ਆ, ਪਿੰਡ ਸੌਂਕੇ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜਾ ਨੌਜਵਾਨ ਹੈ, ਬਹੁਤ ਸੋਹਣੀ ਲਿਖਤ ਆ, ਬਹੁਤ ਸੋਹਣੀ ਸੋਚ ਆ। ਲੋੜ ਹੈ ਇਹਦੀਆਂ ਗੱਲਾਂ ਤੋਂ ਕੁਝ ਸਿੱਖਣ ਦੀ। ਇਹਦੀ ਗਾਇਕੀ ਦੇ ਜਿਹੜੇ ਢੰਗ ਆ ਜਿਹੜਾ ਉਹ ਬੜਾ ਵਧੀਆ ਲੱਗਿਆ ਸਾਨੂੰ, ਕਿਉਂਕਿ ਅੱਜ ਕੱਲ੍ਹ ਅਖਾੜਿਆਂ ਦੇ ਵਿੱਚ ਪਹਿਲਾਂ ਜਿਵੇਂ ਆਪਾਂ ਬਹੁਤ ਸਾਰੇ ਜਿਹੜੇ ਸੌਂਗ ਸੁਣਦੇ ਹੁੰਦੇ ਸੀ, ਅਖਾੜਿਆਂ ਦੇ ਵਿੱਚ ਸੁਣਦੇ ਹੁੰਦੇ ਸੀ, ਬੜੇ ਲੋਕ ਸੁਣਨ ਆਉਂਦੇ ਸੀ, ਉਹ ਤੋਂ ਕੁਝ ਸੇਧ ਲੈ ਕੇ ਜਾਂਦੇ ਸੀ। ਅੱਜ ਕੱਲ੍ਹ ਤਾਂ ਅਖਾੜੇ ਹੀ ਮਰ ਗਏ ਹੈ ਨਾ। ਕਲੀਆਂ ਦਾ ਬਾਦਸ਼ਾਹ ਸੀ ਕੁਲਦੀਪ ਮਾਣਕ ਜਾਂ ਹੋਰ ਆ। ਅੱਜ ਕੱਲ੍ਹ ਜਿਹੜੇ ਅੱਜ ਦੇ ਸਿੰਗਰ ਜਿੱਦਾਂ ਦਾ ਉਹ ਗਾ ਰਹੇ ਨੇ, ਅਫਸੋਸ ਆ ਕਿ ਉਹ ਅਖਾੜਿਆਂ 'ਤੇ ਉਹਨਾਂ ਨੂੰ ਕੋਈ ਬੁਲਾਉਂਦਾ ਹੀ ਨਹੀਂ, ਛੇਤੀ ਕਿਤੇ ਕੋਈ ਬੁਲਾਉਂਦਾ ਨਹੀਂ ਹੈ, ਕਿਉਂਕਿ ਉਹਨਾਂ ਦਾ ਮੈਟਰ ਅਖਾੜਿਆਂ 'ਚ ਗਾਉਣ ਵਾਲਾ ਹੀ ਨਹੀਂ ਹੈਗਾ ਯਾਰ, ਹੈ ਨਾ। ਕੀ ਉੱਥੇ ਕਹਿਣ ਵਿਚਾਰ ਬੋਤਲ ਵੋਡਕਾ ਕੰਮ ਮੇਰਾ ਰੋਜ਼ ਕਾ, ਕੀ ਕਹਿਣ, ਕੀ ਮੈਨੂੰ ਪਤਾ ਤਾਂ ਚੱਲੇ ਨਾ। ਚੰਗੀ ਗਾਇਕੀ ਨੂੰ ਪ੍ਰਮੋਟ ਕਰੋ, ਚੰਗੀ ਲਿਖਤ ਨੂੰ ਪ੍ਰਮੋਟ ਕਰੋ। ਮੇਰਾ ਸਿਰਫ ਇਹੀ ਮਕਸਦ ਹੈ, ਕਿਉਂਕਿ ਜਿਹੜੀ ਆਉਣ ਵਾਲੀ ਪਨੀਰੀ ਆ ਜਾਂ ਜਿਹੜੀ ਅੱਜ ਦੀ ਨਵੀਂ ਪਨੀਰੀ ਆ, ਉਹ ਇਹਨਾਂ ਸਿੰਗਰਾਂ ਨੂੰ ਆਈਡੀਅਲ ਸਮਝ ਬੈਠੀ ਆ। ਜੇ ਸਮਝ ਬੈਠੀ ਆ ਤਾਂ ਕੋਈ ਚੱਕਰ ਨਹੀਂ, ਪਰ ਉਹਨਾਂ ਤੋਂ ਘੱਟੋ ਘੱਟ ਚੰਗਾ ਗਵਾਇਆ ਜਾਵੇ, ਘੱਟੋ ਘੱਟ ਮਾੜਾ ਨਾ ਗਵਾਇਆ ਜਾਵੇ। ਜੇ ਮਾੜਾ ਗਵਾਵਾਂਗੇ ਤਾਂ ਫਿਰ ਉਹ ਪਨੀਰੀ 'ਤੇ ਉਹੀ ਅਸਰ ਪੈਣਾ। ਜੇ ਇਸ ਗੰਧਲੀ ਹੋਈ ਗਾਇਕੀ ਨੂੰ ਸੁਨਹਿਰੀ ਸ਼ਬਦਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਚੰਗਾ ਸੁਣਨਾ ਜਿਹੜਾ ਸ਼ੁਰੂ ਕਰੋ ਅਤੇ ਚੰਗਾ ਗਾਉਣਾ ਸ਼ੁਰੂ ਕਰੋ। ਮੇਰੀ ਸਾਰਿਆਂ ਨੂੰ ਦਰਖਾਸਤ ਆ। ਸਾਡੀ ਜਿਹੜੀ ਅੱਜ ਦੀ ਮੁਲਾਕਾਤ ਆ ਗਗਨ ਭੁੱਲਰ ਦੇ ਨਾਲ, ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ। ਇਸ ਤੋਂ ਇਲਾਵਾ ਮਿਲਦੇ ਹਾਂ ਜੀ ਕਿਸੇ ਹੋਰ ਖਾਸ ਸ਼ਖਸੀਅਤ ਨਾਲ। ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਸਿੰਘ ਫਤਿਹ ਕਮਾਨ, MG ਟੈਲੀਕਾਸਟ। ਸ਼ੁਕਰੀਆ।